ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਜੀਕੇ ਅਕੈਡਮੀ ਪੰਜਾਬ ਦੇ ਵਿੱਚ। ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਵਧੀਆ ਖੁਸ਼ਖਬਰੀ ਲੈ ਕੇ ਆਏ ਹਾਂ। ਕੱਲ ਆਪਣੀ PSCB ਠੀਕ ਹੈ ਜੀ, ਪੰਜਾਬ ਸਟੇਟ ਕੋਆਪਰੇਟਿਵ ਬੈਂਕ, ਜਿਹਦਾ ਕਿ 2021 ਦੇ ਵਿੱਚ ਕਲਰਕ, IT ਕਲਰਕ ਨਾਲ ਆਪਣਾ ਮੈਨੇਜਰ ਤੇ ਸੀਨੀਅਰ ਮੈਨੇਜਰ ਤੇ IT ਆਪਰੇਟਰ ਦੇ ਐਗਜ਼ਾਮ ਹੋਏ ਸੀਗੇ। ਸੋ ਜਿਹਦੀ ਕਿ ਕਾਉਂਸਲਿੰਗ ਹੋ ਚੁੱਕੀ ਸੀ ਆਲਰੇਡੀ, ਠੀਕ ਹੈ ਜੀ, ਬੱਚੇ ਜੁਆਇਨ ਵੀ ਕਰ ਗਏ ਸੀ। ਸੋ ਇਹਦੀਆਂ ਜੋ ਪੋਸਟਾਂ ਬਣਦੀਆਂ ਸੀਗੀਆਂ ਟੋਟਲ 739 ਪੋਸਟਾਂ ਕਲਰਕ ਦੀਆਂ ਸੀ ਤੇ ਬਾਕੀ ਪੋਸਟਾਂ ਮਿਲਾ ਕੇ ਕੁੱਲ 800 ਸਮਥਿੰਗ ਪੋਸਟਾਂ ਬਣਦੀਆਂ ਸੀ, 800 ਪਲੱਸ ਪੋਸਟ ਬਣਦੀ ਸੀਗੀ। ਸੋ ਉਹਦੇ ਲਈ ਇਹਨਾਂ ਨੇ ਇੱਕ ਨੋਟਿਸ ਜਾਰੀ ਕੀਤਾ ਜਿਹਦੇ ਵਿੱਚ ਕਿ ਉਹਨਾਂ ਨੇ ਵੇਟਿੰਗ ਲਿਸਟ ਬਾਰੇ ਜ਼ਿਕਰ ਕੀਤਾ ਹੈ, ਠੀਕ ਹੈ ਜੀ। ਸੋ ਆਪਾਂ ਦੇਖਦੇ ਹਾਂ ਕਿ ਉਹਨਾਂ ਨੇ ਕੀ ਜਾਰੀ ਕੀਤਾ ਵਾ, ਕਿਉਂਕਿ ਬਾਰ-ਬਾਰ ਬੱਚਿਆਂ ਦੇ ਮੈਸੇਜ ਆ ਰਹੇ ਸੀਗੇ, ਕਿਉਂਕਿ ਕੁਝ ਬੱਚਿਆਂ ਨੂੰ ਅਜੇ ਤੱਕ ਸਮਝ ਨਹੀਂ ਆ ਰਹੀ ਕਿ ਇਹ ਇੱਕ ਵੇਟਿੰਗ ਲਿਸਟ ਆ ਜਾਂ ਜਿਹੜੇ ਕੈਂਡੀਡੇਟ ਐਬਸੈਂਟ ਸੀ ਉਹਨਾਂ ਨੂੰ ਬੁਲਾਇਆ ਗਿਆ ਵਾ। ਦੇਖੋ ਜੀ, ਉਹਨਾਂ ਨੇ ਸਾਫ਼-ਸਾਫ਼ ਲਿਖਿਆ ਕਿ ਜਿਹੜੀਆਂ ਪੋਸਟਾਂ ਰਹਿੰਦੀਆਂ ਨੇ ਪਹਿਲੀ ਕਾਉਂਸਲਿੰਗ ਦੇ ਵਿੱਚ, ਠੀਕ ਆ। ਸੋ ਉਹ ਵਾਲਾ ਜਿਹੜਾ 28-29 ਤਰੀਕ ਨੂੰ ਜਿਹੜਾ ਟੈਸਟ ਹੋਇਆ ਸੀ ਆਹ ਵਾਲੀਆਂ ਪੋਸਟਾਂ ਲਈ, ITO ਹੋ ਗਿਆ, ਕਲਰਕ ਡਾਟਾ ਐਂਟਰੀ ਮੈਨੇਜਰ ਹੋ ਗਿਆ, ਸੀਨੀਅਰ ਮੈਨੇਜਰ ਹੋ ਗਿਆ, ਉਹਨਾਂ ਦੇ ਦੇਖੋ ਜੀ ਆਪਰੇਟਰ ਦੇ ਨੈਕਸਟ ਸਕਸੈਸਫੁਲ ਕੈਂਡੀਡੇਟ, ਮਤਲਬ ਅਗਲੇ ਜਿਹੜੇ ਸਕਸੈਸਫੁਲ, ਮਤਲਬ ਜਿਹੜੇ ਮੈਰਿਟ ਦੇ ਵਿੱਚ ਅਗਲੇ ਕੈਂਡੀਡੇਟ ਫਾਲ ਕਰ ਰਿਹਾ। ਮੰਨ ਲਓ ਕਿ ਕਲਰਕ ਦੀਆਂ 739 ਪੋਸਟਾਂ ਨੇ, ਉਹਦੇ ਲਈ ਉਹਨਾਂ ਨੇ ਆਪਣੀ ਕਾਉਂਸਲਿੰਗ ਕਰਵਾ ਲਈ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵਾ ਜੀ ਕਿ ਜਿਹੜੇ ਉਸ ਤੋਂ ਅਗਲੇ ਕੈਂਡੀਡੇਟ ਨੇ ਜਿਹੜੇ ਫਾਲ ਕਰ ਰਹੇ ਨੇ, ਠੀਕ ਆ, ਸੋ ਉਹਨਾਂ ਨੇ ਚਾਂਸ ਦਿੱਤਾ ਗਿਆ, ਇਨਵਾਈਟ ਕੀਤਾ ਗਿਆ ਸੈਕਿੰਡ ਕਾਉਂਸਲਿੰਗ ਲਈ, ਜਿਹੜੀ ਕਿ 13, 14 ਤੇ 15 ਜੂਨ ਨੂੰ 2 ਸ਼ਿਫਟਾਂ ਦੇ ਵਿੱਚ ਮੈਂਸ਼ਨ ਹੋ ਗਈ। ਸੋ ਬਾਰ-ਬਾਰ ਉਹਦੇ ਉੱਤੇ ਲਿਖਿਆ ਹੋਇਆ ਵਾ ਜੋ ਆਪਣੀ ਉਹਦੇ ਵਿੱਚ। ਸੋ ਉਹ ਸ਼ਿਫਟਾਂ ਦਾ ਮਤਲਬ ਇਹ ਨਹੀਂ ਕਿ ਪੇਪਰ 2 ਸ਼ਿਫਟਾਂ 'ਚ ਹੋਇਆ ਸੀ, ਉਹਦਾ ਮਤਲਬ ਇਹ ਆ ਕਿ 2 ਸ਼ਿਫਟਾਂ ਦੇ ਵਿੱਚ ਕਾਉਂਸਲਿੰਗ ਹੋਊਗੀ, ਜਿਹੜੀ ਕਿ 13, 14 ਨੂੰ ਮੰਨ ਲਓ ਪਹਿਲੀ ਸ਼ਿਫਟ ਹੋ ਗਈ, ਸੋ 15 ਤਰੀਕ ਨੂੰ ਸੈਕਿੰਡ ਸ਼ਿਫਟ ਦੇ ਵਿੱਚ ਕੁਝ ਕੈਂਡੀਡੇਟ ਨੂੰ ਬੁਲਾ ਲੈਣਗੇ, ਠੀਕ ਆ ਜੀ। ਸੋ ਜਿਹੜੀ ਵੀ ਇਹਦੀ ਨੌਲੇਜ ਆ, ਸੋ ਇਹ ਕੋਆਪਰੇਟਿਵ ਬੈਂਕ ਦੇ ਦਫ਼ਤਰ ਦੇ ਵਿੱਚ ਹੋਊਗੀ, ਠੀਕ ਆ ਜੀ। ਸੋ ਇਹਦੀ ਚੰਡੀਗੜ੍ਹ ਦੇ ਵਿੱਚ 34A ਸੈਕਟਰ ਦੇ ਵਿੱਚ ਬਣਿਆ ਹੋਇਆ ਵਾ ਇਹ, ਠੀਕ ਆ, ਦਫ਼ਤਰ ਦੇ ਵਿੱਚ 13, 14, 15 ਜੂਨ ਨੂੰ ਹੋਊਗੀ। ਸੋ ਜਿਹੜੀ ਲਿਸਟ ਆ ਐਜ਼ ਪਰ ਲਿਸਟ ਅਜੇ ਤੱਕ ਇਹਨਾਂ ਨੇ ਸਿਰਫ ਇੱਕ ਪ੍ਰੋਵਾਈਡ ਕੀਤੀ, ਉਹ ਮੈਂ ਤੁਹਾਨੂੰ ਇੱਕ ਵਾਰੀ ਦਿਖਾ ਦਿੰਦਾ ਵਾਂ। ਸੋ ਬੈਨੀਫਿਟ ਜਿਹੜਾ ਰਿਜ਼ਰਵੇਸ਼ਨ ਦਾ ਉਹ ਸਾਰਾ ਕੁਝ ਆਪਾਂ ਨੂੰ ਪਤਾ ਹੀ ਆ ਕਿ ਹਾਂਜੀ ਇਹਦੇ ਵਿੱਚ ਮਿਲਦਾ ਵਾ, ਠੀਕ ਆ ਜੀ, ਉਹਦੇ ਲਈ ਹੈ ਨਾ। ਸੋ ਹੁਣ ਆਪਾਂ ਦੇਖਦੇ ਹਾਂ ਜੀ ਕਿਹੜੀ ਲਿਸਟ ਆ ਜਿਹਦੇ ਵਿੱਚ ਕਿ ਆਪਾਂ ਨੂੰ ਇਹ ਚੀਜ਼ ਪ੍ਰੋਵਾਈਡ ਕੀਤੀ ਗਈ ਆ। 1 ਮਿੰਟ ਦੇਣਾ ਜੀ ਬਸ। ਸੋ ਇਹ ਲਿਸਟ ਸੀਗੀ ਜੀ ਜਿਹੜੀ ਇਹਨਾਂ ਨੇ ਜਿਹੜੀ ਹੁਣ ਇਸ ਵਾਰ ਕਾਉਂਸਲਿੰਗ ਦੀ ਸ਼ਡਿਊਲ ਲਈ ਲਿਸਟ ਜਾਰੀ ਕੀਤੀ ਹੈ ਕੋਆਪਰੇਟਿਵ ਬੈਂਕ ਨੇ। ਦੇਖਣਾ ਜੀ 1 ਮਿੰਟ। ਸੋ ਆਹ ਵਾਲੀ ਲਿਸਟ ਇਹਨਾਂ ਨੇ ਇੱਕ ਜਾਰੀ ਕੀਤੀ ਹੈ ਇਸ ਸਮੇਂ, ਠੀਕ ਹੈ ਜੀ। ਸੋ ਇਹਨਾਂ ਨੇ ਇਹਦੇ ਉੱਤੇ ਸਿਰਫ ਇਹਨਾਂ ਨਾਲ ਲਿਖਿਆ, ਦੇਖੋ ਜੀ, 13 ਜੂਨ ਨੂੰ ਮੈਨੇਜਰ ਦੇ ਇਹਨਾਂ ਨੇ ਸੀਨੀਅਰ ਮੈਨੇਜਰ ਦੇ ਕੈਂਡੀਡੇਟਸ ਨੂੰ ਬੁਲਾਇਆ ਵਾ 13 ਜੂਨ 2022 ਨੂੰ 10 ਵਜੇ, ਆਲ ਕੈਂਡੀਡੇਟ ਫਰੋਮ ਅਪ ਟੂ ਐਜ਼ ਪਰ ਮੈਰਿਟ ਲਿਸਟ। ਮੈਰਿਟ ਲਿਸਟ ਅਜੇ ਤੱਕ ਕੋਈ ਅਪਲੋਡ ਨਹੀਂ ਹੋਈਗੀ, ਸ਼ਾਇਦ ਹੋ ਸਕਦਾ ਮੰਡੇ ਜਾਂ ਅੱਜ ਅਪਲੋਡ, ਅੱਜ ਤਾਂ ਚਲੋ ਛੁੱਟੀ ਹੋ ਗਈ, ਸ਼ਾਇਦ ਹੋ ਸਕਦਾ ਵਾ ਕਿ ਮੰਡੇ ਨੂੰ ਅਪਲੋਡ ਹੋ ਜਾਵੇ। ਸੋ ਮੈਨੇਜਰ ਦੀ ਪੋਸਟ ਲਈ ਵੀ ਉਹਨਾਂ ਨੇ ਆਲ ਕੈਟਾਗਰੀ ਮੈਂਸ਼ਨ, ਜਿਹੜੀ 13 ਜੂਨ ਨੂੰ ਬੁਲਾਇਆ 10 ਵਜੇ, ਆਲ ਕੈਂਡੀਡੇਟ, ਆਲ ਕੈਟਾਗਰੀ ਮੈਂਸ਼ਨਸ ਇਨ ਮੈਰਿਟ ਲਿਸਟ ਇਨਫੋਰਮੇਸ਼ਨ ਟੈਕਨੋਲੋਜੀ ਆਫਿਸਰ ਨੂੰ ਵੀ 13 ਜੂਨ ਨੂੰ 10 ਵਜੇ ਬੁਲਾਇਆ। ਹੁਣ ਦੇਖੋ ਇਹਦੇ ਵਿੱਚ ਆਪਾਂ ਹੁਣ ਕਲਰਕ ਦੇਖ ਲੈਂਦੇ ਹਾਂ ਇੱਕ ਵਾਰੀ, ਠੀਕ ਹੈ ਜੀ। ਸੋ ਕਲਰਕ ਦੇ ਆ ਦੇਖੋ ਇਹਨਾਂ ਨੇ ਸਾਫ਼-ਸਾਫ਼ ਲਿਖਿਆ ਕਿ ਜਰਨਲ ਤੇ EWS ਨੂੰ 13, 14 ਨੂੰ ਹੋਊਗੀ, ਠੀਕ ਹੈ, ਆਲ ਕੈਟਾਗਰੀ ਸ਼ਿਫਟ 1 ਦੇ ਵਿੱਚ। 15 ਜੂਨ ਨੂੰ ਵੀ ਕੁਝ ਕੈਂਡੀਡੇਟ ਨੂੰ ਬੁਲਾਇਆ ਜਾਊਗਾ ਦੂਜੀ ਸ਼ਿਫਟ ਵਾਲਿਆਂ ਨੂੰ, ਕਿਉਂਕਿ ਜਿਹੜੀ ਉਹ ਮੈਰਿਟ ਲਿਸਟ ਆਊਗੀ ਨਾ ਉਹਦੇ ਉੱਤੇ ਲਿਖਿਆ ਹੋਊਗਾ ਕਿ ਫਸਟ ਸ਼ਿਫਟ ਦੇ ਵਿੱਚ ਇੰਨੇ ਨੰਬਰ ਆ। ਮੰਨ ਲਓ ਕਿ ਫਸਟ ਸ਼ਿਫਟ ਦੇ ਵਿੱਚ ਉਹ ਕਹਿ ਦੇਣਗੇ ਕਿ 75 ਪਲੱਸ ਨੰਬਰ ਵਾਲੇ ਜਿੰਨੇ ਵੀ ਨੇ ਉਹ ਆ ਜਾਓ, ਤੇ ਸੈਕਿੰਡ ਸ਼ਿਫਟ ਜਿਹੜੀ ਆ ਗਈ ਉਹਦੇ ਵਿੱਚ ਉਹ ਕਹਿ ਦੇਣਗੇ ਕਿ 70 ਪਲੱਸ ਵਾਲੇ ਜਿੰਨੇ ਵੀ ਜਰਨਲ ਤੇ EWS ਵਾਲੇ ਹੈਗੇ ਆ ਉਹ ਆ ਜਾਓ, ਜੋ ਵੀ ਕੈਂਡੀਡੇਟ ਮੈਰਿਟ ਲਿਸਟ 'ਚ ਫਾਲ ਕਰਦਾ ਹੋਵੇਗਾ, ਠੀਕ ਹੈ ਜੀ। ਸੋ ਹੁਣ ਇਹ ਤਾਂ ਸੀਗੀ ਜਾਣਕਾਰੀ ਸਾਡੀ ਇਹਦੀ ਆਪਣੀ, ਠੀਕ ਆ। ਹੁਣ ਆਪਾਂ ਦੇਖਾਂਗੇ ਕਿ ਜਿਹੜੇ ਪਹਿਲਾਂ ਕੈਂਡੀਡੇਟ ਕਿਹੜੇ ਸਿਲੈਕਟ ਹੋਏ ਸੀ, ਜਿਹੜੀ ਪਹਿਲੀ ਮੈਰਿਟ ਲਿਸਟ ਆਈ ਸੀ ਉਹ ਇਹਨਾਂ ਨੇ ਕਿਸ ਹਿਸਾਬ ਨਾਲ ਕਾਉਂਸਲਿੰਗ ਕੀਤੀ ਸੀ। 1 ਮਿੰਟ ਦੇਣਾ ਜੀ ਬਸ। ਆ ਜੀ ਆਪਣੀ ਕਾਮਨ ਮੈਰਿਟ ਲਿਸਟ ਇਹਨਾਂ ਨੇ ਜਾਰੀ ਕੀਤੀ ਸੀ ਜਦੋਂ ਪਹਿਲੀ ਵਾਰ ਸ਼ਡਿਊਲ ਹੋਇਆ ਸੀ। ਜਰਨਲ ਤੇ EWS ਕੈਂਡੀਡੇਟ ਸੀਗੇ ਤੇ ਜਿਹੜੇ ਕੈਂਡੀਡੇਟਸ ਇਹਦੇ ਵਿੱਚ ਮਤਲਬ ਓਪਨ ਦੇ ਵਿੱਚ ਫਾਲ ਕਰਦੇ ਸੀਗੇ, ਠੀਕ ਹੈ, ਜਿਵੇਂ SC RO ਕੈਟਾਗਰੀ ਹੋ ਗਈ ਜਾਂ BC ਕੈਟਾਗਰੀ ਹੋ ਗਈ। ਸੋ ਇਹਦੇ ਵਿੱਚ ਦੇਖੋ ਕਿ ਟੌਪਰ ਜੋ ਬੱਚਾ ਹੈ ਉਹ ਜਰਨਲ ਮੇਲ 87.50 ਮਾਰਕਸ ਵਾਲਾ ਹੈ, ਠੀਕ ਆ। ਸੋ ਇਹਦੇ ਵਿੱਚ ਤੁਸੀਂ ਦੇਖਣ ਵਾਲੀ ਚੀਜ਼ ਕੀ ਆ ਜੀ, ਇਹ ਸਾਰੀ ਤਾਂ ਹੈਗੀ ਆ ਲਿਸਟ ਆਪਣੀ। ਹੁਣ ਇਹਦੇ ਵਿੱਚ ਆਪਾਂ ਨੂੰ ਇਹ ਤਾਂ ਮੈਂ ਤੁਹਾਡੇ ਨਾਲ ਉੱਥੇ ਟੈਲੀਗ੍ਰਾਮ ਤੇ ਤੁਹਾਡੇ ਕੋਲੇ ਸਾਰਿਆਂ ਕੋਲੇ ਪਈ ਵੀ ਹੋਏਗੀ ਇਹ ਲਿਸਟ, ਠੀਕ ਹੈ ਜੀ। ਸੋ ਇਹ ਆਮ ਹੀ ਸੀਗੀ, ਠੀਕ ਹੈ ਜੀ। ਸੋ ਆ ਦੇਖੋ 326 ਕੈਂਡੀਡੇਟਸ, ਅਗਰ ਆਪਾਂ ਜਰਨਲ ਪਲੱਸ EWS, ਜਰਨਲ ਤੇ EWS ਮੇਲ ਤੇ ਫੀਮੇਲ ਦੀਆਂ, ਮੇਲ ਪਲੱਸ ਫੀਮੇਲ ਦੀਆਂ ਪੋਸਟਾਂ ਮਿਲਾ ਕੇ ਦੇਖੀਏ ਤਾਂ ਟੋਟਲ 326 ਪੋਸਟਾਂ ਹੀ ਬਣਦੀਆਂ। ਸੋ ਇਹਨਾਂ ਨੇ ਪੂਰੇ ਕੈਂਡੀਡੇਟ ਹੀ ਬੁਲਾਏ ਸੀਗੇ, ਇੱਕ ਵੀ ਕੈਂਡੀਡੇਟ ਇਹਨਾਂ ਨੇ ਪੋਸਟਾਂ ਤੋਂ ਜ਼ਿਆਦਾ ਨਹੀਂ ਬੁਲਾਇਆ ਸੀ। ਸੋ ਜਿਹਦੇ ਕਰਕੇ ਇਹਨਾਂ ਨੂੰ ਇੱਥੇ ਦੇਖੋ ਕਿ EWS ਫੀਮੇਲ ਦੀ ਕੱਟ ਆਫ 74.75 ਜਾ ਰਹੀ ਹੈ, ਪੂਰੀ ਕੱਟ ਆਫ। ਮਤਲਬ ਜਿੰਨੀਆਂ ਪੋਸਟਾਂ ਸੀ, ਅਗਰ 739 ਪੋਸਟਾਂ ਸੀ ਉਹਦੇ ਵਿੱਚੋਂ 326 ਪੋਸਟਾਂ ਆ ਰਹੀਆਂ ਸੀ ਓਪਨ ਕੈਟਾਗਰੀ ਤੇ ਆਪਣੀ EWS ਨੂੰ ਮਿਲਾ ਕੇ, ਠੀਕ ਹੈ। EWS ਤਾਂ ਵੈਸੇ ਓਪਨ ਦੇ ਵਿੱਚ ਕਾਊਂਟ ਨਹੀਂ ਹੁੰਦੇ, ਪਰ ਇਹਨਾਂ ਨੇ ਲਿਸਟ ਇਕੱਠੀ ਬਣਾਈ ਆ। ਪਰ ਐਕਚੁਅਲ ਦੇ ਵਿੱਚ ਅਗਰ ਦੇਖੀਏ ਤਾਂ ਦੇਖੋ ਆ ਜਰਨਲ ਦੀ ਜਿਹੜੀ ਕੱਟ ਆਫ ਗਈ ਹੋਈ ਆ ਫੀਮੇਲ ਦੀ 76.75 ਗਈ ਹੋਈ ਆ। ਹੁਣ ਮੇਲ ਦੀ ਕੱਟ ਆਫ ਗਈ ਸੀ ਜੀ ਇਹਦੀ 78 ਪੁਆਇੰਟ ਸਮਥਿੰਗ ਗਈ ਸੀਗੀ, ਉਹ ਵੀ ਮੈਂ ਤੁਹਾਨੂੰ ਦਿਖਾ ਦਿੰਦਾ ਕਿ ਜਰਨਲ ਮੇਲ ਦੀ ਕੱਟ ਆਫ ਕਿੰਨੀ ਗਈ ਸੀ। ਫੀਮੇਲ ਦੀ ਆਪਾਂ ਦੇਖ ਲਈ ਹੋਈ ਆ ਰਹੀ ਜੀ ਆਪਣੀ ਜਰਨਲ ਮੇਲ ਦੀ,
ਜਰਨਲ ਮੇਲ ਦੀ ਕੱਟ ਆਫ ਗਈ ਸੀ ਜੀ 78.75, ਮਤਲਬ ਕਿ ਹੁਣ ਜਿਹੜੇ ਕੈਂਡੀਡੇਟ ਹੋਣਗੇ ਸਿਲੈਕਟ ਹੋਣਗੇ ਉਹ ਕੱਟ ਆਫ 78 ਤੋਂ ਥੱਲੇ ਵਾਲਿਆਂ ਦੀ ਹੋਏਗੀ, ਕਿਉਂਕਿ 78 ਵਾਲੇ ਤਾਂ ਆਲਮੋਸਟ ਕਾਉਂਸਲਿੰਗ ਕਰਵਾ ਚੁੱਕੇ ਨੇ, ਕੁਝ ਜੁਆਇਨਿੰਗ ਕਰ ਗਏ ਸੀਗੇ ਤੇ ਕੁਝ ਕੈਂਡੀਡੇਟ ਇਦਾਂ ਦੇ ਵੀ ਸੀਗੇ ਜਿਹੜੇ ਕਿ ਉਸ ਟਾਈਮ ਦੇ ਉੱਤੇ ਕਾਉਂਸਲਿੰਗ ਲਈ ਨਹੀਂ ਗਏ ਸੀ। ਸੋ ਉਹਦੇ ਲਈ ਵੀ ਉਹਨਾਂ ਨੇ ਇੱਕ ਲਿਸਟ ਜਾਰੀ ਕੀਤੀ ਸੀ, ਉਹ ਵੀ ਮੈਂ ਤੁਹਾਨੂੰ ਇੱਕ ਵਾਰੀ ਦਿਖਾ ਦੇਣਾ। ਸੋ ਫਿਲਹਾਲ ਤੁਹਾਨੂੰ ਹੁਣ ਇਹ ਪਤਾ ਲੱਗ ਗਿਆ ਕਿ 78 ਨੰਬਰਾਂ ਵਾਲੇ ਜਿਹੜੇ ਜਰਨਲ ਮੇਲ, ਠੀਕ ਹੈ ਜੀ, ਇੱਥੇ ਲਿਖ ਲਓ 78 ਮਾਰਕਸ ਸਾਰੇ ਜਿਹੜੇ ਜਰਨਲ ਮੇਲ ਸੀ 78.75, ਇਦੋਂ ਘੱਟ ਜਿਨ੍ਹਾਂ ਦੇ ਵੀ ਮਾਰਕ ਬਣਦੇ ਨੇ। ਹੁਣ ਜਿਹੜੀ ਅਗਲੀ ਲਿਸਟ ਆਊਗੀ ਇਸ ਤੋਂ ਘੱਟ ਵਾਲਿਆਂ ਦੀ ਆਊਗੀ, ਹੋ ਸਕਦਾ ਉਹ 75 ਪਲੱਸ ਵਾਲਿਆਂ ਨੂੰ ਕਾਉਂਸਲਿੰਗ ਲਈ ਬੁਲਾ ਲੈਣ, ਪੋਸਟਾਂ ਜਿੰਨੀਆਂ ਖਾਲੀ ਪਈਆਂ ਹੋਣਗੀਆਂ ਹੋ ਸਕਦਾ ਉਹ 70 ਪਲੱਸ ਵਾਲਿਆਂ ਨੂੰ ਬੁਲਾ ਲੈਣ। ਹੁਣ ਇਹਦੇ ਵਿੱਚ ਬੈਨੀਫਿਟ ਕੀ ਆ ਜੀ ਤੁਹਾਡਾ, ਠੀਕ ਹੈ ਜੀ। ਸੋ EWS ਦੀ ਤਾਂ ਆਪਾਂ ਦੇਖ ਲਈ ਹੋਈ ਆ, ਠੀਕ ਆ। ਫੀਮੇਲ ਨੂੰ 74.75 ਨੰਬਰ ਵਾਲੇ ਪਹਿਲਾਂ ਸੀਗੇ, ਇਸ ਤੋਂ ਘੱਟ ਵਾਲੇ ਜਿਹੜੇ ਬਣਨਗੇ, ਕਿਉਂਕਿ ਇਹ ਤਾਂ ਪਹਿਲੀ ਲਿਸਟ ਸੀ, ਇਹਨਾਂ ਦੀ ਕਾਉਂਸਲਿੰਗ ਤਾਂ 2 ਵਾਰੀ ਹੋ ਚੁੱਕੀ ਆ, ਜਿਨ੍ਹਾਂ ਨੇ ਆਉਣਾ ਸੀ ਉਹ ਆ ਚੁੱਕੇ ਨੇ, ਪਰ ਫਿਰ ਵੀ ਉਹਨਾਂ ਨੇ ਦੁਬਾਰਾ ਇਨਵਾਈਟ ਕਰਨਗੇ, ਠੀਕ ਹੈ ਜੀ। ਹੁਣ ਇੱਕ ਇਹ ਹੋ ਗਿਆ ਆਪਣੇ। ਹੁਣ ਆਹ ਜਰਨਲ ਫੀਮੇਲ ਦੀ ਆਪਾਂ ਗੱਲ ਕਰ ਲੈਂਦੇ ਹਾਂ। ਜਰਨਲ ਫੀਮੇਲ 76.75 ਵਾਲੇ ਪਹਿਲਾਂ 2 ਵਾਰੀ 'ਚ ਬੁਲਾ ਚੁੱਕੇ ਨੇ, ਬਟ ਹੁਣ 76.75 ਤੋਂ ਘੱਟ ਵਾਲੇ ਬੁਲਾਉਣਗੇ, ਚਾਹੇ ਉਹ 70 ਪਲੱਸ ਬੁਲਾ ਲੈਣ ਚਾਹੇ 72 ਪਲੱਸ ਬੁਲਾ ਦੇਣ, ਜਿੰਨੀਆਂ ਪੋਸਟਾਂ ਬਾਕੀ ਹੋਣਗੀਆਂ, ਠੀਕ ਆ। ਸੋ ਇਹਦੀ ਆਪਾਂ ਜਰਨਲ ਫੀਮੇਲ ਦੀ ਗੱਲ ਕਰਦੇ ਹਾਂ। ਸੋ EWS ਮੇਲ ਦੀ ਅਗਰ ਆਪਾਂ ਗੱਲ ਕਰੀਏ, EWS ਮੇਲ ਦੀ ਵੀ ਕੱਟ ਆਫ 76.75 ਗਈ ਸੀ, ਜਿੰਨੀ ਕਿ ਜਰਨਲ ਫੀਮੇਲ ਦੀ, ਠੀਕ ਆ ਜੀ। 76-75 ਗਈ ਸੀਗੀ EWS ਮੇਲ ਦੀ। ਸੋ ਤੁਸੀਂ ਇਹਦੇ ਵਿੱਚ ਹੁਣ ਤੁਹਾਨੂੰ ਬੈਨੀਫਿਟ ਕੀ ਆ ਕਿ ਇਹਦਾ ਤੁਹਾਨੂੰ ਕਿਉਂ ਲੱਗੇਗਾ ਕਿ ਹਾਂ ਇਹਦਾ ਆਪਾਂ ਨੂੰ ਬੈਨੀਫਿਟ ਹੋ ਰਿਹਾ। ਦੇਖੋ ਜੀ, ਇਸ ਟਾਈਮ ਦੇ ਉੱਤੇ ਜਿਹੜੇ ਕੈਂਡੀਡੇਟ ਸੀਗੇ, ਜਿਹੜੇ ਆਪਣੇ ਟੋਟਲ ਕੈਂਡੀਡੇਟ ਸੀ, ਮੰਨ ਲਓ ਸਪੋਜ਼ ਕਰ ਲਓ ਕਿ ਆਪਣੀਆਂ 739 ਪੋਸਟਾਂ ਨੇ ਕਲਰਕ ਦੀਆਂ, ਠੀਕ ਆ। ਉਹਦੇ ਵਿੱਚ ਕੁਝ ਕੈਂਡੀਡੇਟ ਇਦਾਂ ਦੇ ਸੀਗੇ ਜਿਹੜੇ ਕਿ ਐਬਸੈਂਟ ਹੋਏ ਸੀਗੇ ਪਹਿਲਾਂ, ਠੀਕ ਆ। ਉਹਦੇ ਵਿੱਚੋਂ ਵੀ ਪੂਰੇ ਕੈਂਡੀਡੇਟ ਅਗਰ ਉਹ ਪਹਿਲੀ ਵਾਰੀ 'ਚ ਐਬਸੈਂਟ ਹੋਏ ਨੇ, ਇਹਦਾ ਮਤਲਬ ਕਿ ਉਹ ਕੋਈ ਹੋਰ ਭਰਤੀ ਜੁਆਇਨ ਕਰਨਾ ਚਾਹੁੰਦੇ ਨੇ, ਜਿਵੇਂ ਲਾ ਲਓ ਪਟਵਾਰੀ ਦੀ ਭਰਤੀ ਜੁਆਇਨ ਕਰਨਗੇ, ਠੀਕ ਆ। ਕੈਂਡੀਡੇਟ ਜਿੰਨੇ ਵੀ ਕੈਂਡੀਡੇਟ ਹੋਣਗੇ ਜਿਹੜੇ ਨਹੀਂ ਗਏ ਸੀ ਪਹਿਲਾਂ, ਐਬਸੈਂਟ ਹੋਏ ਸੀਗੇ, ਠੀਕ ਆ। ਸੋ ਕੁਝ ਕੈਂਡੀਡੇਟ ਇਹਦੇ ਵਿੱਚ ਤੁਸੀਂ ਦੇਖੋਗੇ ਕਿ ਬਹੁਤ ਸਾਰੇ ਕੈਂਡੀਡੇਟ ਜਿਹੜੇ ਕਿ ਆਲਰੇਡੀ ਜੁਆਇਨ ਕਰ ਚੁੱਕੇ ਸੀ ਕੋਆਪਰੇਟਿਵ ਬੈਂਕ ਪਹਿਲੀ ਕਾਉਂਸਲਿੰਗ ਦੇ ਵਿੱਚ, ਜਿਹੜੀ ਆਹ ਵਾਲੀ ਆ ਨਾ ਕੱਟ ਆਫ ਆਪਣੀ ਆਈ ਹੋਈ, ਇਹਦੇ ਵਿੱਚੋਂ ਬਹੁਤ ਸਾਰੇ ਕੈਂਡੀਡੇਟਸ ਇਸ ਟਾਈਮ ਰਿਜ਼ਾਈਨ ਜਾਂ ਨੋਟਿਸ ਪੀਰੀਅਡ ਦੇ ਉੱਤੇ ਕੰਮ ਕਰ ਰਹੇ ਆ, ਕਿਉਂਕਿ ਉਹ ਉਹਨਾਂ ਦਾ ਨੰਬਰ, ਜਿਹੜੇ ਟੌਪਰਸ ਹੋਣਗੇ ਉਹਨਾਂ ਦਾ ਨੰਬਰ, ਜਿਵੇਂ ਹੁਣ ਮੰਨ ਲਓ ਇਹ ਟੌਪਰ ਬੱਚਾ ਵਾ, ਠੀਕ ਆ, ਇਹਦਾ ਪਟਵਾਰੀ ਦੇ ਵਿੱਚ ਵੀ ਰੈਂਕ ਹੋਏਗਾ, ਸੋ ਇਹ ਪਟਵਾਰੀ ਨੂੰ ਦੇ ਵਿੱਚ ਜਾਏਗਾ। ਅਗਰ ਇਹਦੇ 87% ਮਾਰਕਸ ਇੱਥੇ ਬਣ ਰਹੇ ਨੇ ਤਾਂ ਉੱਥੇ ਵੀ ਇਹਨੇ ਵਧੀਆ ਮਾਰਕਸ ਕੀਤੇ ਹੋਣਗੇ। ਸੋ ਜਿਹੜੇ ਟੌਪਰ ਇਹਨਾਂ ਦੇ ਵਿੱਚੋਂ ਕੁਝ ਟੌਪਰ ਹੋਣਗੇ ਜਿਹੜੇ ਕਿ ਪਟਵਾਰੀ ਦੇ ਵਿੱਚ ਮੂਵ ਕਰਨਗੇ, ਕੁਝ ਇਹਨਾਂ ਦੇ ਵਿੱਚੋਂ ਐਗਜ਼ਾਈਜ਼ ਦੇ ਵਿੱਚ ਜਾ ਚੁੱਕੇ ਹੋਣਗੇ, ਕਿਉਂਕਿ ਐਗਜ਼ਾਈਜ਼ ਦੀ ਜੁਆਇਨਿੰਗ ਹੋ ਚੁੱਕੀ ਨੇ। ਸੋ ਇਹ ਨੋਟਿਸ ਪੀਰੀਅਡ ਦੇ ਉੱਤੇ ਚੱਲ ਰਹੇ ਹੋਣਗੇ ਕੁਝ ਕੈਂਡੀਡੇਟ, ਤੇ ਕੁਝ ਕੈਂਡੀਡੇਟਾਂ ਨੂੰ ਹੋਊਗਾ ਕਿ ਹਾਂ ਵਰਦੀ ਦਾ ਵਾ, ਉਹਨਾਂ ਨੂੰ ਕਿ ਵਰਦੀ ਪਾਉਣੀ ਆ, ਤਾਂ ਹੋ ਸਕਦਾ ਵਾ ਉਹ ਆਪਣਾ ਜੋ ਕਾਂਸਟੇਬਲ ਦੀ ਹੁਣ ਹੋਏਗੀ, ਹੋ ਸਕਦਾ ਉਹਦੇ ਲਈ ਉਹਨਾਂ ਨੇ ਨੋਟਿਸ ਦਿੱਤੇ ਹੋਣ, ਤਾਂ ਹੋ ਸਕਦਾ ਵਾ ਕਿ ਬੋਰਡ ਦੇ ਕੋਲੇ ਇਸ ਟਾਈਮ ਦੇ ਉੱਤੇ ਰਿਜ਼ਾਈਨ ਵਗੈਰਾ ਆਏ ਹੋਣ। ਸੋ ਇਸੇ ਕਰਕੇ ਬੋਰਡ ਨੇ ਜ਼ਿਆਦਾ ਕੈਂਡੀਡੇਟਸ ਨੂੰ ਬੁਲਾਉਣ ਦੀ ਪੂਰੀ ਸੰਭਾਵਨਾ ਵਾ ਕਿ ਉਹ ਇਸ ਵਾਰ ਪੂਰੀ ਜਿੰਨੀਆਂ ਮੰਨ ਲਓ ਕਿ 740 ਪੋਸਟਾਂ ਕਲਰਕ ਦੀਆਂ ਨੇ, ਇਹਦੇ ਵਿੱਚੋਂ ਮੰਨ ਲਓ ਕਿ ਤੁਸੀਂ 240 ਪੋਸਟਾਂ ਇਸ ਟਾਈਮ ਦੇ ਉੱਤੇ ਵੈਕੈਂਟ ਪਈਆਂ, ਖਾਲੀ ਪਈਆਂ ਨੇ, ਮੰਨ ਲਓ, ਠੀਕ ਆ, 240 ਪੋਸਟਾਂ। ਸੋ ਹੋ ਸਕਦਾ ਵਾ ਕਿ ਉਹ ਇਸ ਵਾਰ 240 ਦੀ ਜਗ੍ਹਾ ਦੇ ਉੱਤੇ 480 ਵਿੱਚ, ਮਤਲਬ 2 ਗੁਣਾ ਦੀ ਕਾਉਂਸਲਿੰਗ ਕਰਵਾ ਲੈਣ, ਠੀਕ ਆ। ਸੋ ਆਪਦੀ ਸੇਫਟੀ ਲਈ ਅਗਰ ਉਹਨਾਂ ਨੇ ਸੋਚ ਲਿਆ ਕਿ ਹਾਂ ਇਹ ਵਾਲੀਆਂ 740 ਪੋਸਟਾਂ ਅਸੀਂ ਇਸੇ ਫੇਸ ਦੇ ਵਿੱਚ ਭਰਨੀਆਂ ਨੇ, ਸੋ ਇਹਦੇ ਵਿੱਚ ਕੋਈ ਜ਼ਿਆਦਾ ਉਹ ਨਹੀਂ ਹੋਣਾਗਾ। ਸੋ ਇਹਦੇ ਵਿੱਚ ਬਹੁਤ ਵਧੀਆ ਮੌਕਾ ਰਹੇਗਾ ਕੁਝ ਕੈਂਡੀਡੇਟਸ ਦਾ ਜਿਹੜੇ ਮੈਰਿਟ ਲਿਸਟ ਦੇ ਵਿੱਚ, ਉੱਪਰ ਦੀ ਮੈਰਿਟ ਲਿਸਟ ਦੇ ਵਿੱਚ ਆ ਰਹੇ ਨੇ, ਠੀਕ ਹੈ ਜੀ। ਸੋ ਇਹਦੀ ਇੱਕ ਕਾਮਨ ਮੈਰਿਟ ਲਿਸਟ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ, ਜਿਹੜੀ ਕਿ ਰੈਂਕ ਵਾਈਜ਼ ਤੁਸੀਂ ਆਪਦਾ ਰੈਂਕ ਦੇਖ ਸਕਦੇ ਹੋ, ਠੀਕ ਹੈ ਜੀ, ਫਿਰ ਕਿ ਇਹਦੇ ਵਿੱਚ ਕਿਹੜਾ ਰੈਂਕ ਤੁਹਾਡਾ। ਸੋ ਆ ਦੋਸਤੋ ਰੈਂਕ ਵਾਈਜ਼ ਲਿਸਟ ਸੀ ਜਿਹੜੀ ਕਿ ਇਲੈਕਟ੍ਰਿਕ ਇੰਗਲਿਸ਼ ਐਪ ਦੇ ਆਪਣੇ ਉਹਨਾਂ ਨੇ ਐਨਾਲਾਈਜ਼ ਕਰਕੇ ਪ੍ਰਿਪੇਅਰ ਕੀਤੀ ਸੀ, ਠੀਕ ਹੈ ਜੀ। ਸੋ ਇਹਨਾਂ ਦੀ ਆਹ ਲਿਸਟ ਹੈ। ਸੋ ਇਹਦੇ ਵਿੱਚ ਇਹਨਾਂ ਨੇ ਸਿਰਫ ਰੈਂਕ ਵਾਈਜ਼ ਕੀਤਾ ਹੋਇਆ, ਫਿਲਟਰ ਲਗਾ ਕੇ ਇਹਨਾਂ ਨੇ ਇਹ ਕੀਤਾ ਹੋਇਆ ਵਾ ਕਿ ਕਿੰਨੇ ਨੰਬਰ ਵਾਲੇ, ਜਿੱਦਾਂ ਕਿ ਹੁਣ ਲਾ ਲਓ ਕਿ 78 ਵਾਲੇ, ਇਹਦੇ ਵਿੱਚ ਕੋਈ ਕੈਟਾਗਰੀ ਨਹੀਂ ਮੈਂਸ਼ਨ, ਕਿਉਂਕਿ ਬੋਰਡ ਨੇ ਜਿਹੜੀ ਲਿਸਟ ਅਪਲੋਡ ਕੀਤੀ ਸੀ ਉਹਦੇ ਵਿੱਚ ਕੋਈ ਕੈਟਾਗਰੀ ਮੈਂਸ਼ਨ ਨਹੀਂ ਸੀ। ਸੋ ਆ ਤੁਸੀਂ ਦੇਖ ਸਕਦੇ ਹੋ ਕਿ ਆਹ ਵਾਲੀ ਉਹ ਲਿਸਟ ਆ ਜਿਹਦੇ ਵਿੱਚ ਕਿ ਸਾਰਿਆਂ ਦੇ ਨਾਂ ਤੁਸੀਂ ਆਪਦਾ ਰੈਂਕ ਦੇਖ ਕੇ ਦੇਖ ਸਕਦੇ ਹੋ ਕਿ ਹਾਂ ਮੇਰੀ ਕੈਟਾਗਰੀ ਦੇ ਹਿਸਾਬ ਨਾਲ ਮੇਰੀ ਕੈਟਾਗਰੀ ਦੀ ਕੱਟ ਆਫ ਕਿੰਨੀ ਗਈ ਆ ਤੇ ਮੈਨੂੰ ਇਸ ਟਾਈਮ ਦੇ ਉੱਤੇ ਕਿੰਨੇ ਨੰਬਰਾਂ ਵਾਲੇ ਨੂੰ ਮੈਨੂੰ ਬੁਲਾਇਆ ਜਾ ਸਕਦਾ। ਸੋ ਇਹ ਸਾਰੀ ਲਿਸਟ ਅਗਰ ਆਪਾਂ ਗੱਲ ਕਰੀਏ ਨਾ, ਸਾਰੀ ਲਿਸਟ ਤੁਹਾਨੂੰ ਇਹ ਆਪਣੀ ਮਿਲ ਜਾਏਗੀ, ਠੀਕ ਹੈ ਜੀ। ਆਹ ਦੇਖੋ ਸਾਰੇ ਨੰਬਰ ਜਿੰਨੇ ਵੀ ਇਹਦੇ ਵਿੱਚ ਸੀਗੇ ਕਿ ਕੈਂਡੀਡੇਟ ਦੇ ਕਿੰਨੇ ਨੰਬਰ ਸੀਗੇ, ਸਾਰੇ ਜਿੰਨੇ ਰੈਂਕ ਵਾਈਜ਼ ਇਹਦੇ ਵਿੱਚ ਤੁਹਾਨੂੰ ਮਿਲ ਜਾਏਗੀ। ਸੋ ਤੁਸੀਂ ਆਪਦੀ ਕੈਟਾਗਰੀ ਨੂੰ ਦੇਖ ਕੇ ਆਪਦੇ ਅਕੋਰਡਿੰਗ ਤੁਸੀਂ ਉਹ ਕਰ ਸਕਦੇ ਹੋ, ਠੀਕ ਆ। ਸੋ ਅਗਰ ਆਪਾਂ ਰਿਜ਼ਰਵ ਕੈਟਾਗਰੀ ਦੀ ਗੱਲ ਕਰੀਏ, ਸੋ ਆ ਜਿਹੜੀ ਮੈਰਿਟ ਲਿਸਟ ਆਈ ਸੀ ਨਾ, ਜਿਹੜੀ ਫਸਟ ਕਾਉਂਸਲਿੰਗ ਦੀ ਮੈਰਿਟ ਲਿਸਟ ਆ, ਇਹ ਜਿਹੜੀ ਮੈਂ ਪਹਿਲਾਂ ਆਪਣੀ ਜਰਨਲ ਤੇ EWS ਫਸਟ ਕਾਉਂਸਲਿੰਗ ਦੀ, ਇਹ ਯਾਦ ਰੱਖਣਾ ਤੁਸੀਂ ਕਿ ਇਹ ਦੂਸਰੀ ਕਾਉਂਸਲਿੰਗ ਜਿਹੜੀ ਉਹਦੀ ਅਜੇ ਮੈਰਿਟ ਲਿਸਟ ਨਹੀਂ ਆਏਗੀ, ਹੋ ਸਕਦਾ ਵਾ 1-2 ਦਿਨ ਦੇ ਵਿੱਚ ਮੰਡੇ ਜਾਂ ਟਿਊਜ਼ਡੇ ਤੱਕ ਮੈਰਿਟ ਲਿਸਟ ਆਏਗੀ, ਉਹਦੇ ਅਨੁਸਾਰ ਤੁਹਾਨੂੰ ਪਤਾ ਲੱਗ ਜਾਏਗਾ। ਸੋ ਥੋੜਾ ਜਿਹਾ ਆਈਡੀਆ ਜਿਹਨੇ ਕਿ ਪਹਿਲੀ ਮੈਰਿਟ ਲਿਸਟ ਨਹੀਂ ਦੇਖੀ, ਦੇਖੋ ਜੀ ਆਹ ਰਿਜ਼ਰਵ ਕੈਟਾਗਰੀ ਦੀ ਕੱਟ ਆਫ ਗਈ ਸੀ, ਜਿੱਦਾਂ ਕਿ BC ਕੈਟਾਗਰੀ ਦੀ ਅਗਰ ਆਪਾਂ ਗੱਲ ਕਰੀਏ ਤਾਂ ਇਹਨਾਂ ਦੀ ਕੱਟ ਆਫ ਗਈ ਸੀ ਜੀ
ਇਹਦੇ ਟੋਟਲ 74 ਪੋਸਟਾਂ ਸੀਗੀਆਂ ਤੇ 74 ਹੀ ਇਹਨਾਂ ਨੇ ਕਾਉਂਸਲਿੰਗ ਕਰਵਾਈ ਸੀ। ਮਤਲਬ ਕਿ BC ਕੈਟਾਗਰੀ ਜਿਹੜੀ ਸੀ ਹੋਏਗੀ ਹੁਣ ਉਹ 71.50 ਤੋਂ ਘੱਟ ਵਾਲਿਆਂ ਦੀ ਹੀ ਕਾਉਂਸਲਿੰਗ ਹੋਏਗੀ ਫੀਮੇਲ ਦੀ, ਠੀਕ ਆ। ਮੇਲ ਦੀ ਵੀ ਦੇਖ ਲੈਂਦੇ ਆਪਾਂ ਕਿ ਮੇਲ ਦੀ ਉਸ ਟਾਈਮ ਦੇ ਉੱਤੇ ਕਿੰਨੀ ਗਈ ਸੀਗੀ। ਸੋ ਮੇਲ ਦੀ ਹੋਈ ਸੀ ਜੀ 75.75 75.25 ਮੇਲ BC ਕੈਟਾਗਰੀ ਦੀ ਗੱਲ ਹੋ ਰਹੀ ਹੈ ਜੀ। ਇਹ BC ਕੈਟਾਗਰੀ ਦੇ 75.25 ਕੱਟ ਆਫ ਗਈ ਸੀ। ਸੋ ਹੁਣ ਮੇਰੇ ਹਿਸਾਬ ਦੇ ਨਾਲ 75 ਤੋਂ ਘੱਟ ਵਾਲੇ ਹੀ ਬੁਲਾਉਣਗੇ, ਕਿਉਂਕਿ 70 ਪਲੱਸ ਵਾਲੇ ਬੁਲਾ ਸਕਦੇ ਨੇ ਇਹ ਸਾਰੇ, ਠੀਕ ਆ। ਸੋ ਇਹ ਮੇਲ ਦੀ ਹੋ ਗਈ। ਫੀਮੇਲ ਦੀ ਤਾਂ ਵੈਸੇ ਹੀ 71.50। ਸੋ ਫੀਮੇਲ ਦੀ ਤੋਂ 70 ਤੋਂ ਵੀ ਥੱਲੇ ਜਾ ਸਕਦੀ ਆ ਜਿੰਨੀਆਂ ਪੋਸਟਾਂ ਖਾਲੀ ਹੋਣਗੀਆਂ, ਜਿੰਨੀਆਂ ਵੀ ਪੋਸਟਾਂ ਖਾਲੀ ਹੋਣਗੀਆਂ, ਠੀਕ ਆ। ਸੋ ਜ਼ਿਆਦਾ ਇਹਦੇ ਵਿੱਚ ਘੱਟ ਫੇਰਬਦਲ ਹੋਣ ਦੀ ਸੰਭਾਵਨਾ ਵਾ, ਕਿਉਂਕਿ ਇਹਦੇ ਵਿੱਚ ਸ਼ਾਇਦ ਮੈਨੂੰ ਲੱਗਦਾ ਕਿ ਜਿਹੜੀਆਂ ਕੈਟਾਗਰੀ ਵਾਈਜ਼ ਹੋਣਗੀਆਂ, ਜਿੱਦਾਂ ਕਿ ਆਹ ਲਗਾ ਲਓ ਤੁਸੀਂ ਫਰੀडम ਫਾਈਟਰ ਹੈ। ਸੋ ਇਹਨਾਂ ਦੇ ਮਾਰਕਸ ਅਗਰ ਉੱਪਰਲੇ ਕੈਂਡੀਡੇਟ ਹੋਣਗੇ, ਜੋ 2-4 ਕੈਂਡੀਡੇਟ ਜਿਨ੍ਹਾਂ ਦੇ ਪਟਵਾਰੀ 'ਚ ਫਾਲ ਕਰਦੇ ਹੋਣਗੇ, ਉਹ ਆ ਜਾਣਗੇ। ਤੇ ਇਹਦੇ ਥੱਲੇ ਵਾਲੇ ਜਿਹੜੇ ਚਾਰਾਂ ਨੂੰ ਬੁਲਾ ਕੇ ਮੰਨ ਲਓ 4 ਕੈਂਡੀਡੇਟ ਆ ਗਏ, ਠੀਕ ਆ। ਇਸ ਟਾਈਮ 57 ਕੱਟ ਆਫ ਗਈ ਹੋਈ ਆ ਫੀਮੇਲ ਦੀ। ਤਾਂ ਜਿੰਨੀਆਂ ਫੀਮੇਲ ਦੀਆਂ ਖਾਲੀ ਹੋਈਆਂ ਹੋਣਗੀਆਂ ਉਹ ਨੀਚੇ ਤੋਂ ਉਹ ਬੁਲਾ ਕੇ ਆਪਦਾ ਕਾਉਂਸਲਿੰਗ ਕਰਵਾ ਲੈਣਗੇ, ਠੀਕ ਆ ਜੀ। ਸੋ ਮੇਲ ਦੀ ਕੱਟ ਆਫ ਤਾਂ ਇਹਦੀ ਵੀ ਜ਼ਿਆਦਾ ਗਈ ਹੋਈ ਆ। ਸੋ 71 ਕੱਟ ਆਫ ਗਈ ਹੋਈ ਆ ਮੇਲ ਦੀ, ਠੀਕ ਆ ਜੀ। ਫੀਮੇਲ ਦੀ 57 ਗਈ ਹੋਈ ਆ। ਸੋ ਆ ਫਿਜ਼ੀਕਲ ਹੈਂਡੀਕੈਪ ਪਰਸਨਸ ਲਈ ਆਪਣੀ 46.50 ਗਈ ਹੋਈ ਆ, 53.75 ਗਈ ਆ। ਸੋ ਇਹਦੇ ਵਿੱਚ ਵੀ ਅਗਰ ਕੋਈ ਕੈਂਡੀਡੇਟ ਪਟਵਾਰੀ ਦੇ ਵਿੱਚ ਜਾਂ ਕਿਸੇ ਹੋਰ ਭਰਤੀ ਦੇ ਵਿੱਚ ਮੂਵ ਹੋਇਆ ਹੋਊਗਾ, ਠੀਕ ਆ, ਜਾਂ ਉਹਦਾ ਪੰਜਾਬ ਪੁਲਿਸ ਦੇ ਵਿੱਚ ਕਿਸੇ ਵੀ ਭਰਤੀ ਦੇ ਵਿੱਚ ਨੰਬਰ ਆਇਆ ਹੋਏਗਾ, ਸੋ ਉਹਨਾਂ ਦਾ ਆਪਣਾ ਮੂਵ ਹੋ ਗਿਆ ਹੋਏਗਾ, ਠੀਕ ਆ ਜੀ। ਸੋ ਇਹ ਵਾਲੀ ਆਪਣੀ ਫਿਜ਼ੀਕਲ ਹੈਂਡੀਕੈਪ ਡੀਫ ਐਂਡ ਹਾਰਡ ਆਫ ਹੀਅਰਿੰਗ, ਸੋ ਇਹਨਾਂ ਦਾ 41.75 ਤੇ 42.50। ਸੋ ਅਗਰ ਇਹਨਾਂ ਦੇ ਵਿੱਚੋਂ ਵੀ ਕੋਈ ਕੈਂਡੀਡੇਟ ਗਿਆ ਹੋਏਗਾ ਪਟਵਾਰੀ 'ਚ, ਸੋ ਉਹਨਾਂ ਨੂੰ ਇੱਥੋਂ ਅਗਲੀ ਕਾਉਂਸਲਿੰਗ ਵਾਲਿਆਂ ਨੂੰ ਬੁਲਾ ਸਕਦੇ ਆ। ਸੋ ਇਹਦੇ ਵਿੱਚ ਇੱਕ ਧਿਆਨ ਦੇਣ ਦੀ ਜ਼ਰੂਰਤ ਹੈ ਕਿ 40% ਉਹਨਾਂ ਨੇ ਮਿਨੀਮਮ ਕੁਆਲੀਫਾਈ ਮਾਰਕਸ ਰੱਖੇ ਸੀਗੇ ਇਹਨਾਂ ਨੇ। ਸ਼ਾਇਦ ਮੇਰੇ ਅਕੋਰਡਿੰਗ 40% ਸੀਗੇ, ਸ਼ਾਇਦ 45 ਸੀਗੇ। ਸੋ 40 ਹੋਣਗੇ, ਕਿਉਂਕਿ ਇੱਥੇ ਤਾਂ 41.75 ਲਿਖਿਆ ਹੋਇਆ ਵਾ। ਸੋ 40% ਮਿਨੀਮਮ ਕੁਆਲੀਫਾਈ ਮਾਰਕਸ ਸੀ। ਉਸ ਤੋਂ ਥੱਲੇ ਵਾਲਿਆਂ ਨੂੰ ਕਾਉਂਸਲਿੰਗ ਲਈ ਨਹੀਂ ਬੁਲਾਇਆ ਜਾਊਗਾ ਅਗਰ ਕਿਸੇ ਦੀ ਘੱਟ ਜਾਂਦੀ ਵੀ ਆ। ਸੋ ਆ ਸਾਰੇ ਕੈਂਡੀਡੇਟਸ ਦੀ ਲਿਸਟ ਆ, ਜਿੱਦਾਂ ਕਿ ਆਪਣੇ SC ਕਾਰਡ M&O ਦੀ ਆ ਗਈ, ਠੀਕ ਆ ਜੀ। ਸੋ ਇਹਨਾਂ ਦੀ ਜਿੰਨੀ ਵੀ ਕੱਟ ਆਫ ਗਈ ਸੀ, ਦੇਖੋ ਇਹਨਾਂ ਨੇ ਪੂਰੇ ਕੈਂਡੀਡੇਟ ਹੀ ਬੁਲਾਏ ਹੋਏ ਨੇ। ਜਿੰਨੀਆਂ ਮਤਲਬ 89 ਸੀਟਾਂ ਸੀ ਤਾਂ 89 ਹੀ ਬੁਲਾਏ ਗਏ ਨੇ। ਸੋ ਜਿੱਦਾਂ ਕਿ 58.25 ਤੋਂ ਘੱਟ ਅਗਰ ਮੰਨ ਲਓ ਕਿ ਇਹਦੇ ਟੌਪਰ ਜੋ ਹੋਣਗੇ, ਟੌਪਰ ਇਹਦੇ ਕਿਸੇ ਉਹ ਹੋਰ ਭਰਤੀ ਦੇ ਵਿੱਚ ਪਟਵਾਰੀ ਦੇ ਵਿੱਚ ਗਏ ਹੋਣਗੇ, ਜਿੱਦਾਂ ਮੰਨ ਲਓ ਆ 71 ਨੰਬਰ ਵਾਲੇ 73 ਵਾਲੇ ਇਹ ਪਟਵਾਰੀ ਦੇ ਵਿੱਚ ਇਹਨਾਂ ਦਾ ਨਾਮ ਆਉਂਦਾ ਹੋਇਆ ਹੋਏਗਾ। ਸੋ ਇਹ ਪਟਵਾਰੀ 'ਚ ਜਾਣਗੇ ਤਾਂ ਨੀਚੇ ਵਾਲੇ 3-4 ਕੈਂਡੀਡੇਟ ਚੱਕੇ ਜਾਣਗੇ, ਜਿੰਨੇ ਕੈਂਡੀਡੇਟ ਵੀ ਮੂਵ ਹੋਏ ਹੋਣਗੇ। ਸੋ ਹੁਣ ਤੁਸੀਂ ਸਮਝ ਕੇ ਚੁੱਕੇ ਹੋਵੋਗੇ ਕਿ ਆ SC RO ਦੀ ਲਿਸਟ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੀ ਕਿੰਨੀ ਗਈ ਹੋਈ ਆ ਕੱਟ ਆਫ। ਸੋ ਇਹਨਾਂ ਦੀ 69.25 ਗਈ ਹੋਈ ਆ, ਠੀਕ ਆ ਜੀ। ਸੋ ਇੱਕ ਜਿਹੜੀ ਸਪੋਰਟਸ ਕੈਟਾਗਰੀ ਦੀ ਕੱਟ ਆਫ ਸ਼ਾਇਦ ਉਹਨਾਂ ਨੇ ਬਾਅਦ ਵਿੱਚ ਬੋਰਡ ਦੀ ਸਾਈਡ ਦੇ ਉੱਤੇ ਅਪਲੋਡ ਕੀਤੀ ਸੀ। ਸੋ ਤੁਸੀਂ ਉਹ ਬੋਰਡ ਦੀ ਸਾਈਡ ਦੇ ਉੱਤੇ PSCB ਦੀ ਜਾ ਕੇ ਦੇਖ ਸਕਦੇ ਹੋ। ਸੋ ਹੁਣ ਤੁਹਾਡੇ ਲਈ ਇਹ ਬਹੁਤ ਹੀ ਵਧੀਆ ਖੁਸ਼ਖਬਰੀ ਆ। ਸੋ ਕੋਈ ਗੱਲ ਨਹੀਂ, 1-2 ਦਿਨ ਦੇ ਵਿੱਚ ਜ਼ਿਆਦਾ ਤੁਸੀਂ ਪੈਨਿਕ ਨਾ ਕਰੋ ਕਿ ਐਬਸੈਂਟੀ ਕੈਂਡੀਡੇਟਸ ਨੂੰ ਬੁਲਾਇਆ ਜਾਂ, ਕਿਉਂਕਿ ਐਬਸੈਂਟੀ ਕੈਂਡੀਡੇਟ ਜਿਹੜੇ ਸੀ ਉਹਨਾਂ ਦੀ 30 ਤਰੀਕ ਨੂੰ ਆਲਰੇਡੀ ਹੋ ਚੁੱਕੀ ਸੀ। ਸੋ ਉਹਦੇ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਦੁਬਾਰਾ ਉਹਨਾਂ ਨੂੰ ਚਾਂਸ ਨਹੀਂ ਦਿੱਤਾ ਜਾਏਗਾ। ਉਹ ਵੀ ਮੈਂ ਤੁਹਾਨੂੰ ਇੱਕ ਵਾਰੀ ਲਿਸਟ ਦਿਖਾ ਦਿੰਦਾ ਵਾਂ। ਸੋ ਆਹ ਐਬਸੈਂਟੀ ਕੈਂਡੀਡੇਟ ਸੀਗੇ, ਠੀਕ ਆ, ਜਿਨ੍ਹਾਂ ਨੂੰ 23 ਤਰੀਕ ਨੂੰ 22-23 ਮਈ ਨੂੰ ਇਹਨਾਂ ਦਾ ਆਇਆ ਸੀਗਾ, ਸ਼ਡਿਊਲ ਆਇਆ ਸੀ ਇਹਨਾਂ ਦਾ। ਦੈਨ ਇਹਨਾਂ ਲਈ ਬੁਲਾਇਆ ਸੀ, ਠੀਕ ਆ, ਜਿਹੜੇ ਐਬਸੈਂਟ ਹੋਏ ਸੀ ਪਹਿਲੀ ਕਾਉਂਸਲਿੰਗ ਦੇ ਵਿੱਚ 28-29 ਨੂੰ। ਆਹ ਦੇਖੋ ਤੁਸੀਂ, ਇਹ ਪਹਿਲੀ ਲਿਸਟ ਦੇ ਕੈਂਡੀਡੇਟ ਹੀ ਨੇ। ਜਿੱਦਾਂ ਕਿ ਜਰਨਲ ਦੇ 11 ਕੈਂਡੀਡੇਟ ਨਹੀਂ ਸੀ ਆਏ ਮੇਲ ਦੇ ਵਿੱਚੋਂ, ਫੀਮੇਲ ਦੀਆਂ 3 ਕੈਂਡੀਡੇਟਸ ਨਹੀਂ ਸੀ ਆਏ। ਹੋ ਸਕਦਾ ਇਹਨਾਂ ਦਾ ਕਿਸੇ ਹੋਰ ਦੇ ਵਿੱਚ ਨੰਬਰ ਆਇਆ ਹੋਵੇ। ਸੋ ਇਹ ਸਾਰੇ ਕੈਂਡੀਡੇਟਸ ਨੂੰ ਉਹਨਾਂ ਨੇ ਬਾਅਦ ਵਿੱਚ ਦੁਬਾਰਾ ਆਲਰੇਡੀ ਬੁਲਾ ਚੁੱਕੇ ਨੇ, ਠੀਕ ਆ। ਸੋ ਆਹ ਦੇਖ ਲਓ ਤੁਸੀਂ, ਆਹ ਸਾਰੇ ਜਿੱਦਾਂ 55 ਕੈਂਡੀਡੇਟਸ ਜਿਹੜੇ ਪਹਿਲੀ ਕਾਉਂਸਲਿੰਗ ਦੇ ਵਿੱਚ ਹੀ ਬੁਲਾਏ ਸੀਗੇ ਜਿਹੜੇ ਇਹਨਾਂ ਨੇ, ਠੀਕ ਆ। ਮਤਲਬ ਕਿ 326 ਅਗਰ ਬੁਲਾਏ ਸੀ, 326 ਦੇ ਵਿੱਚੋਂ ਦੇਖੋ ਇੰਨੇ ਕੈਂਡੀਡੇਟ ਨਹੀਂ ਗਏ ਸੀਗੇ। ਸੋ ਇਹਦੇ ਵਿੱਚ ਆਹ ਦੇਖ ਲਓ, ਆਹ ਕੈਂਡੀਡੇਟ ਜਿਹੜੇ ਲਿਸਟ ਸੀਗੀ, ਇਹਨਾਂ ਨੂੰ ਬਾਅਦ ਚੋਂ ਇੱਕ ਮੌਕਾ ਦਿੱਤਾ। ਦੇਖਦੇ ਹਾਂ ਕਿ ਇਹਦੇ ਵਿੱਚ ਕਿੰਨੇ ਗਏ ਹੋਣਗੇ। ਸੋ ਮੇਰੇ ਅਕੋਰਡਿੰਗ ਜੇਕਰ ਉਹ ਪਹਿਲੀ ਕਾਉਂਸਲਿੰਗ 'ਚ ਨਹੀਂ ਗਏ ਤਾਂ ਪੂਰਾ ਚਾਂਸ ਆ ਕਿ ਇਹ ਦੂਜੀ ਕਾਉਂਸਲਿੰਗ ਦੇ ਵਿੱਚ ਵੀ ਨਹੀਂ ਗਏ ਹੋਣਗੇ, ਕਿਉਂਕਿ ਪਹਿਲੀ ਕਾਉਂਸਲਿੰਗ ਦੇ ਵਿੱਚ ਵੀ ਇਹਨਾਂ ਨੇ 1-2 ਚਾਂਸ ਦਿੱਤੇ ਸੀਗੇ। ਸੋ ਅਗਰ ਨਹੀਂ ਗਏ ਤਾਂ ਇਹਦਾ ਮਤਲਬ ਉਹਨਾਂ ਦਾ ਨੰਬਰ ਕਿਸੇ ਹੋਰ ਭਰਤੀ ਦੇ ਵਿੱਚ ਫਾਲ ਕਰ ਰਿਹਾ ਸੀ, ਤਾਂ ਕਰਕੇ ਉਹ ਆਪਣੀ ਕਾਉਂਸਲਿੰਗ ਅਟੈਂਡ ਕਰਨ ਨਹੀਂ ਗਏ ਹੋਣਗੇ, ਠੀਕ ਆ। ਸੋ ਇਹਨਾਂ ਨੇ ਦਿੱਤਾ ਹੋਇਆ ਆ ਕਿ 30 ਤਰੀਕ ਨੂੰ 30 ਮਈ ਨੂੰ ਆਲਰੇਡੀ ਇਹਦੀ ਡਾਕੂਮੈਂਟ ਵੈਰੀਫਿਕੇਸ਼ਨ ਹੋ ਚੁੱਕੀ ਆ। ਸੋ ਉਹਨਾਂ ਦੇ ਅਜੇ ਵੀ ਕੈਂਡੀਡੇਟ ਪੂਰੇ ਨਹੀਂ ਆ ਰਹੇ ਹੋਣਗੇ, ਠੀਕ ਹੈ ਜੀ। ਸੋ ਆਹ ਵਾਲੇ ਇਹਨਾਂ ਸਾਰਿਆਂ ਨੂੰ ਕਿਹਾ, ਤੇ ਕੁਝ ਕੈਂਡੀਡੇਟ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਰਿਜ਼ਾਈਨ ਕਰ ਚੁੱਕੇ ਹੋਣਗੇ। ਇਸ ਟਾਈਮ ਰਿਜ਼ਾਈਨ ਕਰਨ ਤੇ ਵੀ ਪੋਸਟਾਂ ਖਾਲੀ ਰਹਿ ਚੁੱਕੀਆਂ ਹੋਣਗੀਆਂ। ਸੋ ਮੇਰੇ ਹਿਸਾਬ ਦੇ ਨਾਲ ਅਗਰ ਆਪਾਂ ਗੱਲ ਕਰੀਏ ਤਾਂ ਇਹਦੀ ਕੱਟ ਆਫ ਕਾਫੀ ਥੱਲੇ ਆ ਸਕਦੀ ਆ। ਸੋ ਤੁਸੀਂ ਪੋਜ਼ਿਟਿਵ ਰਹਿਣਾ ਵਾ। ਬਾਕੀ ਇਹਦਾ ਬੈਨੀਫਿਟ ਜੋ PSSB ਕਲਰਕ ਦੇ ਵਿੱਚ ਵੀ ਹੋਏਗਾ ਕਿ ਅਗਰ ਇਹਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਅਗਰ 250 ਬੱਚਾ ਵੀ ਇਹਦੇ ਵਿੱਚ ਮੂਵ ਹੁੰਦਾ ਵਾ ਹੁਣ ਇਸ ਟਾਈਮ ਦੇ ਉੱਤੇ, ਸੋ 250 ਪੋਸਟ ਅਗਰ ਖਾਲੀ ਪਈ ਹੋਏਗੀ, 250 ਬੱਚਾ ਵੀ ਮੂਵ ਹੋਏਗਾ, ਤਾਂ ਅਗਲੇ ਜਿਹੜੇ PSSB ਕਲਰਕ ਦੇ ਵਿੱਚ ਵੀ ਉਹਨਾਂ ਦਾ ਨੰਬਰ ਹੋਏਗਾ। ਅਗਰ ਇਹ ਕੋਆਪਰੇਟਿਵ ਬੈਂਕ ਜੁਆਇਨ ਕਰਨ ਦੀ ਚਾਹਵਾਨ ਹੋਣਗੇ ਉਹ ਕੈਂਡੀਡੇਟ ਜੋ ਕਿ ਕੋਆਪਰੇਟਿਵ ਜੁਆਇਨ ਕਰਨਗੇ, ਅਗਰ ਜਿਨ੍ਹਾਂ ਦੀ ਟਾਈਪਿੰਗ ਦੀ ਥੋੜੀ ਦਿੱਕਤ ਪਰੇਸ਼ਾਨੀ ਹੋਏਗੀ, ਤਾਂ ਆਪਣੀ PSSB ਕਲਰਕ ਦੀ ਵੀ ਜੋ ਕੱਟ ਆਫ ਆ ਉਹ ਨੀਚੇ ਜਾ ਸਕਦੀ ਆ ਹੋਰ। ਅਗਰ ਕਿਉਂਕਿ ਫਿਲਹਾਲ ਤਾਂ ਟਾਈਪਿੰਗ ਲਈ ਬਹੁਤ ਟਾਈਮ ਮਿਲ ਰਿਹਾ ਵਾ, ਆਲਰੇਡੀ ਬਹੁਤ ਸਾਰੇ ਕੈਂਡੀਡੇਟ ਟਾਈਪਿੰਗ ਸਿੱਖ ਚੁੱਕੇ ਹੋਣਗੇ, ਠੀਕ ਹੈ ਜੀ। ਸੋ ਉਹਦੀ ਕੱਟ ਆਫ ਵੀ ਹੁਣ ਦਿਨੋਂ ਦਿਨ ਲੱਗ ਰਿਹਾ ਕਿ ਥੋੜੀ ਜਿਹੀ ਉੱਪਰ ਹੀ ਜਾਏਗੀ PSSB ਕਲਰਕ ਦੀ, ਜਿਹੜੀ ਕਿ ਆਪਾਂ ਪਹਿਲਾਂ ਸੋਚੀ
ਸੀ ਕਿ ਘਟ ਜਾਏਗੀ। ਸੋ ਇਹਦੇ ਨਾਲ ਥੋੜਾ ਜਿਹਾ ਫਰਕ ਜ਼ਰੂਰ ਪਏਗਾ ਕਿ ਇੱਧਰ ਮੂਵ ਹੋਣਗੇ। ਸੋ ਇੱਕ ਫਾਇਦਾ ਹੋਰ ਹੋਏਗਾ ਕਿ ਪੰਜਾਬ ਪੁਲਿਸ ਦੀ ਅਗਰ ਭਰਤੀ ਪਹਿਲਾਂ ਇੱਕ ਵਾਰ ਜੁਆਇਨਿੰਗ ਹੋ ਜਾਵੇ, ਕੁਝ ਕੈਂਡੀਡੇਟ ਉੱਧਰ ਚਲੇ ਜਾਣਗੇ, ਸੋ ਉਹਦੇ ਨਾਲ ਵੀ PSSB ਕਲਰਕ ਦੀ ਭਰਤੀ ਦਾ ਇੱਕ ਥੋੜਾ ਜਿਹਾ ਫਰਕ ਪਏਗਾ, ਕਿਉਂਕਿ ਪਟਵਾਰੀ 'ਚ ਵੀ ਕੈਂਡੀਡੇਟ ਚਲੇ ਗਏ ਹੋਣਗੇ। ਜੇਲ੍ਹ ਵਾਰਡਨ ਦੀ ਭਰਤੀ ਵੀ ਅਗਰ ਕਲਰਕ ਟਾਈਪਿੰਗ ਤੋਂ ਪਹਿਲਾਂ ਹੁੰਦੀ ਆ ਤਾਂ ਉਹਦਾ ਵੀ ਬੈਨੀਫਿਟ PSSB ਕਲਰਕ ਦੇ ਪੋਸਟਾਂ ਨੂੰ ਹੋਏਗਾ। ਸੋ ਥੱਲੇ ਜਾ ਸਕਦੀ ਆ, ਬਟ ਜ਼ਿਆਦਾ ਥੱਲੇ ਨਹੀਂ ਜਾ ਸਕਦੀ ਜਿਹੜੀ ਕਿ ਆਪਾਂ ਪਹਿਲਾਂ ਐਕਸਪੈਕਟ ਕੀਤੀ ਸੀ। ਹਾਂ, ਇੰਨਾ ਕੁ ਫਰਕ ਜ਼ਰੂਰ ਪੈ ਜਾਏਗਾ ਕਿ ਉੱਪਰਲੇ ਕੈਂਡੀਡੇਟ ਅਗਰ ਉੱਧਰ ਜਾਂਦੇ ਨੇ ਕਿ ਰੇਸ਼ੀਓ ਕੀ ਬਣ ਰਿਹਾ ਵਾ, ਕਿੰਨੇ ਟੌਪਰ ਦੂਸਰੀ ਭਰਤੀ ਦੇ ਵਿੱਚ ਜਾ ਰਹੇ ਨੇ, ਸੋ ਉਹਦੇ ਅਕੋਰਡਿੰਗ ਹੀ ਤੁਹਾਡਾ ਨੰਬਰ ਆ ਸਕਦਾ। ਸੋ ਤੁਸੀਂ ਆਪਦੀ ਤਿਆਰੀ ਤਾਂ ਰੱਖਣੀ ਹੋਈ ਆ, ਕਿਉਂਕਿ ਅਗਰ ਬਾਈ ਚਾਂਸ ਕੱਟ ਆਫ ਥੋੜੀ ਵੱਧ ਜਾਂਦੀ ਵੀ ਆ PSSB ਕਲਰਕ ਦੀ, ਤਾਂ ਵੀ ਤੁਹਾਡੇ ਕੋਲੇ ਪੂਰਾ ਫੁੱਲ ਚਾਂਸ ਆ। ਕਿਉਂਕਿ ਦੇਖੋ ਹੁਣ ਜਿਹੜੀਆਂ ਪੋਸਟਾਂ ਆਈਆਂ ਨੇ 917 ਪੋਸਟਾਂ ਕਲਰਕ ਦੇ ਵਿੱਚ ਵੀ ਟਾਈਪਿੰਗ ਹੋਣੀ ਆ, 567 ਜਿਹੜੀਆਂ 917 ਜੋ ਡਾਟਾ ਐਂਟਰੀ ਆਪਰੇਟਰ ਦੀਆਂ ਉਹ 'ਚ ਵੀ ਹੋਣਗੀਆਂ, ਕਲਰਕ 567 ਦੇ ਵਿੱਚ ਵੀ ਟਾਈਪਿੰਗ ਹੋਣੀ ਆ। ਸੋ ਅਗਰ ਸੀਨੀਅਰ ਅਸਿਸਟੈਂਟ ਦੀਆਂ ਵੀ ਅਗਰ 400-500 ਪੋਸਟ ਆਉਂਦੀ ਆ, ਉਹਦੇ ਵਿੱਚ ਵੀ ਟਾਈਪਿੰਗ ਹੋਏਗੀ BPSC ਦੀ। ਸੋ ਟਾਈਪਿੰਗ ਦਾ ਤੁਹਾਨੂੰ ਬੈਨੀਫਿਟ ਹੀ ਹੋਏਗਾ। ਟਾਈਪਿੰਗ ਦੀ ਨਾਲ ਤਿਆਰੀ ਕਰੀ ਜਾਓ, ਚਾਹੇ ਕਿਸੇ ਦੇ 40 ਨੰਬਰ ਬਣਦੇ ਆ। ਮੈਂ ਤੁਹਾਨੂੰ ਪਹਿਲਾਂ ਵੀ ਕਹਿ ਰਿਹਾ ਕਿ ਕਿਸੇ ਦੇ 400 ਤੋਂ ਘੱਟ ਨੰਬਰ ਵੀ ਬਣਦੇ ਆ, ਉਹ ਤਾਂ ਇਸ ਟਾਈਮ ਉਹ ਵੀ ਤਿਆਰੀ ਰੱਖੋ, ਕਿਉਂਕਿ ਉਹਨਾਂ ਨੂੰ ਆਹ ਭਰਤੀਆਂ ਦੇ ਵਿੱਚ ਟਾਈਪਿੰਗ ਕੰਮ ਆਏਗੀ। ਸੋ ਇਹ ਇੱਕ ਗੋਲਡਨ ਚਾਂਸ ਆ। ਇਹ ਐਡੀ ਵੱਡੀ ਭਰਤੀ ਕਲਰਕ ਦੀ ਅਜੇ ਤੱਕ ਆਪਣੇ ਨਹੀਂ ਆਏਗੀ ਕਿ ਇੰਨੀਆਂ 3000 ਪੋਸਟਾਂ ਇਕੱਠੀਆਂ ਹੁਣ ਭਰਤੀ ਹੋਣਗੀਆਂ ਤੇ 1400 ਪੋਸਟਾਂ ਹੋਰ ਤਿਆਰ ਪਈਆਂ। ਸੋ ਮੇਰੇ ਅਕੋਰਡਿੰਗ 4400 ਕਲਰਕ ਅਜੇ ਤੱਕ ਆਪਣੇ ਪੰਜਾਬ ਗਵਰਨਮੈਂਟ ਦੇ ਵਿੱਚ ਭਰਤੀ ਨਹੀਂ ਕੀਤੇ ਗਏ ਲਗਾਤਾਰ ਇੱਕੋ ਟਾਈਮ, ਠੀਕ ਹੈ ਜੀ। ਸੋ ਇਹਦੇ ਵਿੱਚ ਤੁਹਾਡਾ ਆਰਾਮ ਨਾਲ ਨੰਬਰ ਆ ਸਕਦਾ ਵਾ। ਸੋ ਆਪਦੀ ਤਿਆਰੀ ਰੱਖੋ, ਰਿਟਨ ਦੀ ਵੀ ਤਿਆਰੀ ਕਰੋ ਤੇ ਨਾਲ ਟਾਈਪਿੰਗ ਵੀ ਆਪਦੀ ਪ੍ਰਪੇਅਰ ਕਰੋ, ਠੀਕ ਹੈ ਜੀ। ਸੋ ਬਾਕੀ ਆਪਣੀ ਜੀਕੇ ਦੀ ਤਿਆਰੀ ਤੁਸੀਂ ਆਪਣੇ ਚੈਨਲ GK ਅਕੈਡਮੀ ਪੰਜਾਬ ਤੋਂ ਕਰ ਸਕਦੇ ਹੋ। ਆਪਣੇ ਚੈਨਲ ਨੂੰ ਇਸ ਟਾਈਮ ਤੁਸੀਂ ਸਬਸਕ੍ਰਾਈਬ ਕਰੋ, ਕੋਈ ਵੀ ਲੇਟੈਸਟ ਇਨਫੋਰਮੇਸ਼ਨ ਮਿਲੇਗੀ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। GK ਅਕੈਡਮੀ ਪੰਜਾਬ ਤੇ ਤੁਸੀਂ ਆਪਣੀ ਪੰਜਾਬ GK ਦੀਆਂ ਕਲਾਸਾਂ ਚੱਲ ਰਹੀਆਂ ਨੇ, ਪੋਲਿਟੀ ਦੀਆਂ ਕਲਾਸਾਂ ਚੱਲ ਰਹੀਆਂ ਨੇ, ਠੀਕ ਹੈ ਜੀ। ਤਾਂ ਆਪਣੀ ਨਾਲ ਮਾਡਰਨ ਹਿਸਟਰੀ ਦੀਆਂ ਕਲਾਸਾਂ ਆਲਮੋਸਟ ਕਵਰ ਹੋ ਚੁੱਕੀਆਂ ਨੇ ਸਾਡੀਆਂ। ਸੋ ਇਹਦੀਆਂ ਆਪਣੀਆਂ ਵੀਡੀਓ ਲੈਕਚਰ ਹੁੰਦੇ ਨੇ ਪੰਜਾਬੀ ਤੇ ਅੰਗਰੇਜ਼ੀ 'ਚ, ਪੰਜਾਬੀ ਪਲੱਸ ਇੰਗਲਿਸ਼ ਦੇ ਵਿੱਚ ਆਪਾਂ ਤੁਹਾਨੂੰ ਨਾਲ PDF ਵੀ ਟੈਲੀਗ੍ਰਾਮ ਦੇ ਉੱਤੇ ਫ੍ਰੀ ਆਫ ਕਾਸਟ ਪ੍ਰੋਵਾਈਡ ਕਰਦੇ ਹਾਂ, ਠੀਕ ਹੈ ਜੀ। ਸੋ ਨਾਲ ਆਪਾਂ PSSB ਦੇ ਜਿਹੜੇ ਪਿਛਲੇ ਪ੍ਰੀਵੀਅਸ ਈਅਰ ਜਿਹੜੇ ਆਪਣੇ 2021 'ਚ ਪੇਪਰ ਹੋਏ ਸੀ ਉਹਦੀ ਵੀ ਆਪਾਂ ਨਾਲ ਸੀਰੀਜ਼ ਚਲਾਈ ਹੋਈ ਆ, ਠੀਕ ਹੈ ਜੀ। ਸੋ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਸ਼ੇਅਰ ਕਰਨਾ। ਧੰਨਵਾਦ ਜੀ।